ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਆਲ ਅਬਾਊਟ ਲਰਨਿੰਗ ਦੇ YouTube ਪਲੇਟਫਾਰਮ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਅੱਜ ਅਸੀਂ 12ਵੀਂ ਜਮਾਤ ਦੀ ਪੰਜਾਬੀ ਦੀ ਪਾਠ ਪੁਸਤਕ ਵਿੱਚੋਂ ਇੱਕ ਕਹਾਣੀ ਪੜ੍ਹਨ ਜਾ ਰਹੇ ਹਾਂ, ਜਿਸ ਦਾ ਨਾਂ ਹੈ ਨੀਲੀ। ਨੀਲੀ ਕਹਾਣੀ ਪ੍ਰਸਿੱਧ ਕਹਾਣੀਕਾਰ ਕਰਤਾਰ ਸਿੰਘ ਦੁੱਗਲ ਦੀ ਲਿਖੀ ਹੋਈ ਹੈ, ਜਿਨ੍ਹਾਂ ਦਾ ਜਨਮ ਪਿੰਡ ਧਮਿਆਲ, ਜ਼ਿਲ੍ਹਾ ਰਾਵਲਪਿੰਡੀ ਵਿਖੇ ਹੋਇਆ। ਆਪ ਜੀ ਨੇ MA ਅੰਗਰੇਜ਼ੀ ਕੀਤੀ ਹੋਈ ਸੀ। ਆਪ ਜੀ ਦੀ ਮਾਤਾ ਜੀ ਦਾ ਨਾਂ ਸ਼੍ਰੀਮਤੀ ਬੰਤੀ ਦੇਵੀ ਅਤੇ ਪਿਤਾ ਦਾ ਨਾਂ ਜੀਵਨ ਸਿੰਘ ਦੁੱਗਲ ਸੀ। ਉਹਨਾਂ ਦਾ ਜਨਮ 7 ਮਾਰਚ 1917 ਈਸਵੀ ਨੂੰ ਹੋਇਆ। ਆਪ ਆਲ ਇੰਡੀਆ ਰੇਡੀਓ, ਨੈਸ਼ਨਲ ਬੁੱਕ ਟਰੱਸਟ ਆਦਿ ਸੰਸਥਾਵਾਂ ਵਿੱਚ ਉੱਚੇ ਅਹੁਦਿਆਂ ਤੇ ਵੀ ਰਹੇ। ਉਹਨਾਂ ਨੇ ਬਹੁਤ ਸਾਰੀਆਂ ਰਚਨਾਵਾਂ ਕੀਤੀਆਂ, ਕਵਿਤਾਵਾਂ ਵੀ ਲਿਖੀਆਂ, ਇਕਾਂਗੀ, ਸਵੈ ਜੀਵਨੀ ਤੇ ਨਾਵਲ ਵੀ ਲਿਖੇ, ਪਰੰਤੂ ਆਪ ਦੀ ਜ਼ਿਆਦਾ ਪ੍ਰਸਿੱਧੀ ਇੱਕ ਕਹਾਣੀਕਾਰ ਦੇ ਤੌਰ ਤੇ ਹੀ ਹੋਈ ਹੈ। ਬੱਚਿਓ, ਉਹਨਾਂ ਦਾ ਕਹਾਣੀ ਸੰਗ੍ਰਹਿ ਇੱਕ ਛਿੱਟ ਚਾਨਣ ਦੀ, ਇਸ ਨੂੰ ਸਾਹਿਤ ਅਕਾਦਮੀ ਤੋਂ ਪੁਰਸਕਾਰ ਵੀ ਮਿਲ ਚੁੱਕਿਆ ਹੈ। ਆਓ ਫਿਰ ਕਹਾਣੀ ਸ਼ੁਰੂ ਕਰਦੇ ਹਾਂ। ਨੀਲੀ। ਨੀਲੀ ਰੰਗ ਦੀ ਗੋਰੀ ਸੀ, ਜਿਵੇਂ ਕੋਈ ਮੱਖਣ ਦੇ ਪੇੜੇ ਨੂੰ ਦੁੱਧ ਨਾਲ ਧੋ ਕੇ ਰੱਖੇ। ਸੋਹਣੀ ਸਿਹਤਮੰਦ ਗਾਂ ਦਾ ਦੁੱਧ ਵੀ ਵਧੀਆ ਹੁੰਦਾ ਹੈ। ਗਵਾਲੇ ਦੇ ਢੇਰ ਸਾਰੇ ਡੰਗਰਾਂ ਵਿੱਚੋਂ ਚੁਣ ਕੇ ਮੇਰੀ ਤ੍ਰੀਮਤ ਨੇ ਨੀਲੀ ਨੂੰ ਪਸੰਦ ਕੀਤਾ ਸੀ ਤੇ ਫੇਰ ਇਸ ਦੇ ਦੁੱਧ ਦਾ ਭਾਅ ਚੁਕਾਇਆ ਗਿਆ। ਹਰ ਰੋਜ਼ ਸਵੇਰੇ ਗਵਾਲਾ ਨੀਲੀ ਨੂੰ ਸਾਡੇ ਲੈ ਆਉਂਦਾ ਤੇ ਸਾਹਮਣੇ ਮਹਿੰਦੀ ਦੇ ਬੂਟੇ ਹੇਠ ਖਲੋਤੀ ਉਹ ਗਾਗਰ ਦੁੱਧ ਦੀ ਭਰ ਕੇ ਤੁਰ ਜਾਂਦੀ। ਹਰ ਰੋਜ਼ ਸਵੇਰੇ ਪਹਿਲਾਂ ਨੀਲੀ ਆਉਂਦੀ, ਫਿਰ ਗਵਾਲਾ ਆਉਂਦਾ, ਸਿਰ ਤੇ ਚਾਰੇ ਦੀ ਟੋਕਰੀ ਚੁੱਕੀ ਨੀਲੀ ਦੇ ਸਾਹਮਣੇ ਚਾਰਾ ਰੱਖਦਾ, ਉਹਦੇ ਪਿੰਡੇ ਤੇ ਹੱਥ ਫੇਰਦਾ ਤੇ ਫਿਰ ਦੁੱਧ ਚੋਣ ਬੈਠ ਜਾਂਦਾ। ਫਿਰ ਗਾਗਰ ਵਿੱਚ ਧਾਰਾਂ ਦਾ ਸੰਗੀਤ ਸੁਣਾਈ ਦੇਣ ਲੱਗਦਾ। ਜਿੰਨਾ ਚਿਰ ਗਵਾਲਾ ਦੁੱਧ ਚੋਂਦਾ ਰਹਿੰਦਾ, ਨੀਲੀ ਟੋਕਰੀ ਵਿੱਚੋਂ ਦਾਣਾ, ਵੜੇਵੇਂ, ਖਲ ਆਦਿ ਚਾਰਾ ਖਾਂਦੀ ਰਹਿੰਦੀ। ਦੁੱਧ ਦਾ ਭਾਅ ਚੁਕਾਉਣ ਵੇਲੇ ਇਸ ਤਰ੍ਹਾਂ ਦਾ ਚੰਗਾ ਚਾਰਾ ਖਵਾਉਣ ਦੀ ਵੀ ਸ਼ਰਤ ਤੈਅ ਹੋਈ ਸੀ ਤੇ ਕਦੀ-ਕਦੀ ਮੇਰੀ ਤ੍ਰੀਮਤ ਉਚੇਚਾ ਜਾ ਕੇ ਟੋਕਰੀ ਵਿੱਚ ਵੇਖ ਲੈਂਦੀ, ਗਵਾਲਾ ਆਪਣਾ ਇਕਰਾਰ ਪੂਰਾ ਕਰ ਰਿਹਾ ਸੀ ਕਿ ਨਹੀਂ। ਚੰਗੀ ਖੁਰਾਕ ਡੰਗਰ ਨੂੰ ਮਿਲੇ ਤੇ ਦੁੱਧ ਵੀ ਚੰਗਾ ਹੁੰਦਾ ਹੈ, ਵਿੱਚੋਂ ਮੱਖਣ ਵੀ ਚੋਖਾ ਨਿਕਲਦਾ ਹੈ। ਹਰ ਰੋਜ਼ ਸਵੇਰੇ ਨੀਲੀ ਆਉਂਦੀ, ਤਾਵਲੀ-ਤਾਵਲੀ। ਕਦੀ ਮੈਂ ਸੋਚਦਾ ਕਿ ਉਸਨੂੰ ਮਸਾਲੇਦਾਰ ਚਾਰਾ ਖਾਣ ਦੀ ਕਾਹਲ ਹੁੰਦੀ ਹੈ, ਕਦੀ ਮੈਂ ਸੋਚਦਾ ਉਸਨੂੰ ਦੁੱਧ ਦੇ ਕੇ ਸੁਰਖਰੂ ਹੋ ਜਾਣ ਦੀ ਖੁਸ਼ੀ ਹੁੰਦੀ ਹੈ। ਨੀਲੀ ਨਿੱਤ ਆਉਂਦੀ, ਕਦੇ ਜਦੋਂ ਅਸੀਂ ਸੌਂ ਰਹੇ ਹੁੰਦੇ, ਕਦੇ ਜਦੋਂ ਅਸੀਂ ਸੌਂ ਕੇ ਉੱਠ ਰਹੇ ਹੁੰਦੇ ਤੇ ਕਦੇ ਜਦੋਂ ਅਸੀਂ ਸੌਂ ਕੇ ਉੱਠ ਚੁੱਕੇ ਹੁੰਦੇ। ਮਲਕੜੇ ਜਿਹੇ ਆਉਂਦੀ, ਪਿੱਤਲ ਦੀ ਗਾਗਰ ਵਿੱਚ ਧਾਰਾਂ ਦਾ ਨਗਮਾ ਛੇੜ ਕੇ ਤੁਰ ਜਾਂਦੀ। ਕਈ ਮਹੀਨੇ ਇੰਜ ਹੀ ਗੁਜ਼ਰ ਗਏ। ਫਿਰ ਇੱਕ ਰੋਜ਼ ਸੁਣਿਆ ਕਿ ਨੀਲੀ ਅੱਜ ਲੱਤ ਮਾਰ ਗਈ ਹੈ। ਨਵੀਂ ਹੋਈ ਨੂੰ ਵੀ ਤੇ ਕਿਤਨੇ ਦਿਨ ਹੋ ਚੁੱਕੇ ਸਨ, ਬਹੁਤ ਦਿਨ। ਖੈਰ, ਸਾਨੂੰ ਨੀਲੀ ਦੀ ਉਡੀਕ ਨਹੀਂ ਕਰਨੀ ਪਈ। ਹੁਣ ਨੀਲੀ ਵੀ ਆਉਂਦੀ ਅਤੇ ਪਿੱਛੇ ਨੀਲੀ ਦੀ ਵੱਛੀ ਵੀ ਆਉਂਦੀ। ਨਿਰੀ ਪੁਰੀ ਨੀਲੀ ਦੀ ਸ਼ਕਲ, ਗੋਰਾ-ਗੋਰਾ ਰੰਗ, ਮਲੂਕੜੀ ਜਿਹੀ ਚਮੜੀ, ਲੰਮੀ ਫੁੰਮਣਦਾਰ ਪੂਛ, ਸ਼ਰਮਾਕਲ-ਸ਼ਰਮਾਕਲ, ਲੱਖ ਲਾਜਾਂ ਭਰੀਆਂ ਅੱਖਾਂ। ਮੇਰੀ ਤ੍ਰੀਮਤ ਦੀ ਦੁੱਧ ਦੀ ਲੋੜ ਜਿਵੇਂ ਨੀਲੀ ਦੇ ਦੁੱਧ ਦੇਣ ਤੇ ਹੀ ਨਿਰਭਰ ਸੀ। ਜਿਤਨਾ ਨੀਲੀ ਇੱਕ ਵੇਲੇ ਦਾ ਦੁੱਧ ਦਿੰਦੀ, ਅਸੀਂ ਸਾਰਾ ਖਰੀਦ ਲੈਂਦੇ। ਵਸੇ ਕਿਸੇ ਹੋਰ ਡੰਗਰ ਦਾ ਦੁੱਧ ਸਾਡੇ ਘਰ ਨਹੀਂ ਵੜਦਾ ਸੀ ਤੇ ਅੱਜ-ਕੱਲ੍ਹ ਮੇਰੀ ਤ੍ਰੀਮਤ ਮੁੜ-ਮੁੜ ਗਵਾਲੇ ਨੂੰ ਕਹਿੰਦੀ, ਭੈੜਿਆ, ਇਸ ਵੱਛੀ ਨੂੰ ਵੀ ਕੁਝ ਛੱਡਿਆ ਕਰ, ਬੜੀ ਵਧੀਆ ਗਾਂ ਬਣੇਗੀ। ਪਰ ਗਵਾਲਾ ਆਪਣੀ ਮਰਜ਼ੀ ਕਰਦਾ। ਜਦੋਂ ਮੇਰੀ ਤ੍ਰੀਮਤ ਉਸਨੂੰ ਵੱਛੀ ਬਾਰੇ ਯਾਦ ਕਰਵਾਉਂਦੀ, ਉਹ ਨੱਕ ਵਿੱਚ ਕੁਝ ਗੁਣਗੁਣਾ ਛੱਡਦਾ। ਕਿਉਂਕਿ ਵੱਛੀ ਦੇ ਮੂੰਹ ਮਾਰਨ ਤੇ ਨੀਲੀ ਦੁੱਧ ਲਾਹ ਲੈਂਦੀ ਸੀ। ਅੱਜ-ਕੱਲ੍ਹ ਗਵਾਲੇ ਨੇ ਮਸਾਲਾ ਹੀ ਲਿਆਉਣਾ ਬੰਦ ਕਰ ਛੱਡਿਆ ਸੀ। ਸਾਡੇ ਸ਼ਿਕਾਇਤ ਕਰਨ ਤੇ ਉਹ ਹਮੇਸ਼ਾ ਕਹਿੰਦਾ, ਉਹ ਮਸਾਲਾ ਬਕਾਇਦਾ ਖਵਾਉਂਦਾ ਸੀ, ਕੇਵਲ ਵਕਤ ਉਸ ਬਦਲ ਛੱਡਿਆ ਸੀ। ਮੇਰੀ ਤ੍ਰੀਮਤ ਖਪਦੀ ਰਹਿੰਦੀ, ਇਸ ਗੱਲ ਤੇ ਖਪ-ਖਪ ਹਟਦੀ ਕਿ ਦੁੱਧ ਅੱਜ-ਕੱਲ੍ਹ ਪਾਣੀ ਵਰਗਾ ਸੀ, ਤੇ ਕਦੀ ਇਸ ਗੱਲ ਤੇ ਖਪਣ ਲੱਗ ਪੈਂਦੀ ਕਿ ਗਵਾਲਾ ਵੱਛੀ ਲਈ ਚੂਲੀ ਦੁੱਧ ਦੀ ਵੀ ਨਹੀਂ ਬਚਾਉਂਦਾ ਸੀ ਤੇ ਵਿਚਾਰੀ ਬੇਜ਼ੁਬਾਨ ਹੱਡੀਆਂ ਦੀ ਮੁੱਠ ਨਿਕਲਦੀ ਆ ਰਹੀ ਸੀ। ਗਵਾਲਾ ਕਹਿੰਦਾ, ਨੀਲੀ ਵੱਛੀ ਲਈ ਦੁੱਧ ਛੁਪਾ ਕੇ ਰੱਖ ਲੈਂਦੀ ਏ ਤੇ ਪਿੱਛੋਂ ਉਸਨੂੰ ਪਿਲਾਉਂਦੀ ਹੈ, ਤੇ ਹਮੇਸ਼ਾ ਮੁੜ-ਮੁੜ ਥਣਾਂ ਨੂੰ ਧੁੱਸਾ ਮਾਰ ਰਹੀ ਵੱਛੀ ਵੱਲ ਇਸ਼ਾਰੇ ਕਰਕੇ ਸਾਨੂੰ ਝੂਠਿਆਂ ਕਰਨ ਦੀ ਕੋਸ਼ਿਸ਼ ਕਰਦਾ। ਅਖੀਰ ਉਹੀ ਗੱਲ ਹੋਈ, ਵੱਛੀ ਮਰ ਗਈ। ਅਗਲੇ ਰੋਜ਼ ਗਵਾਲਾ ਨਿੱਕਾ ਜਿਹਾ ਮੂੰਹ ਲੈ ਕੇ ਆਇਆ। ਪਿਛਲੀ ਰਾਤ ਵੱਛੀ ਮਰ ਗਈ ਸੀ ਤੇ ਨੀਲੀ ਨੇ ਨਾ ਕੁਝ ਖਾਧਾ ਤੇ ਨਾ ਪੀਤਾ। ਇੱਕ ਦਿਨ ਦੁੱਧ ਦਾ ਨਾਗਾ ਹੋਣਾ ਸੀ।
ਮੇਰੀ ਤ੍ਰੀਮਤ ਦੰਦ ਕਰੀਚ ਕੇ ਰਹਿ ਗਈ। ਉਸਨੂੰ ਪਤਾ ਸੀ ਗਵਾਲਾ ਵੱਛੀ ਨੂੰ ਜਾਣ ਕੇ ਮਾਰ ਰਿਹਾ ਸੀ। ਪਹਿਲੇ ਵੀ ਤੇ ਨੀਲੀ ਦਾ ਵੱਛਾ ਵੱਛੀ ਕੋਈ ਵੀ ਨਹੀਂ ਸੀ, ਪਰ ਅੱਗੇ ਹੀ ਗਵਾਲੇ ਵਿਚਾਰੇ ਦਾ ਨੁਕਸਾਨ ਹੋ ਰਿਹਾ ਸੀ। ਖਬਰੇ ਗਾਂ ਉੱਕਾ ਹੀ ਲੱਤ ਮਾਰ ਜਾਏ, ਡੰਗਰ ਦਾ ਪਤਾ ਨਹੀਂ ਹੁੰਦਾ, ਤੇ ਅਸੀਂ ਚੁੱਪ ਕਰ ਗਏ। ਨਾਲੇ ਗਵਾਲੇ ਦੀਆਂ ਅੱਖਾਂ ਵਿੱਚ ਅੱਥਰੂ ਤਾਂ ਪਹਿਲਾਂ ਹੀ ਡੁੱਲੂ ਡੁੱਲੂ ਕਰਦੇ ਪਏ ਸਨ। ਚੂਲੀ ਦੁੱਧ ਬਚਾਉਣ ਲਈ ਭੈੜੇ ਨੇ ਵੱਛੀ ਗਵਾ ਲਈ ਏ। ਗਵਾਲਾ ਜਦੋਂ ਮੁੜਿਆ, ਮੇਰੀ ਤ੍ਰੀਮਤ ਆਪਣੇ ਹੋਠਾਂ ਵਿੱਚ ਬੁੜਬੁੜਾਈ। ਅਗਲੇ ਰੋਜ਼ ਸਵੇਰੇ ਮੈਂ ਵੇਖਿਆ ਕੋਠੀ ਦੇ ਸਾਹਮਣੇ ਗੇਟ ਦੇ ਬਾਹਰ ਨੀਲੀ ਆ ਕੇ ਖੜੋ ਗਈ। ਪਿੱਛੇ ਪਿੱਛੇ ਗਵਾਲਾ ਆ ਰਿਹਾ ਸੀ। ਉਸਦੇ ਸਿਰ ਤੇ ਮਸਾਲੇ ਦੀ ਟੋਕਰੀ ਸੀ। ਅਕਸਰ ਸਵੇਰੇ ਜਦੋਂ ਨੀਲੀ ਇੰਝ ਆਉਂਦੀ, ਧੁੱਸ ਮਾਰ ਕੇ ਗੇਟ ਨੂੰ ਖੋਲ੍ਹ ਲੈਂਦੀ ਸੀ। ਅੱਜ ਚੁਪਾਤੇ ਜਿਹੇ ਆ ਕੇ ਗੇਟ ਦੇ ਬਾਹਰ ਖੜੋ ਗਈ। ਅਕਸਰ ਜੇ ਕਦੀ ਗੇਟ ਬੰਦ ਹੁੰਦਾ ਤਾਂ ਉਹ ਆਪਣੇ ਸਿੰਗਾਂ ਨਾਲ ਗੇਟ ਨੂੰ ਖੜਕਾਉਣ ਲੱਗ ਪੈਂਦੀ। ਅੱਜ ਉਸਨੇ ਇੰਝ ਨਹੀਂ ਕੀਤਾ। ਵੀਰਾਨ ਵੀਰਾਨ ਭਰਵੱਟਿਆਂ ਹੇਠ ਉਦਾਸ ਅੱਖਾਂ ਉਹ ਨਿੰਮੋ ਝੂਣੀ ਆ ਕੇ ਖਲੋ ਗਈ। ਤਾਵਲਾ ਤਾਵਲਾ ਗਵਾਲਾ ਆਇਆ। ਉਸਨੇ ਗੇਟ ਨੂੰ ਖੋਲ੍ਹਿਆ। ਉਹਦੇ ਪਿੱਛੇ ਨੀਲੀ ਆਈ। ਗਿਣ ਗਿਣ ਕੇ ਕਦਮ ਰੱਖ ਰਹੀ ਸੀ। ਬਰਾਂਡੇ ਵਿੱਚ ਮੈਂ ਖਲੋਤਾ ਸਾਂ। ਕੋਲ ਮੇਰੀ ਤ੍ਰੀਮਤ ਖਲੋਤੀ ਸੀ। ਮੇਰੀ ਤ੍ਰੀਮਤ ਦੇ ਕੁੱਛੜ ਸਾਡੀ ਬੱਚੀ ਸੀ। ਹੁਮਲੀਆਂ ਭਰ ਰਹੀ ਸੀ, ਉਛਲ ਉਛਲ ਕੇ ਪੈ ਰਹੀ ਸੀ। ਮਹਿੰਦੀ ਦੇ ਬੂਟੇ ਹੇਠ ਗਵਾਲੇ ਨੇ ਮਸਾਲੇ ਦੀ ਟੋਕਰੀ ਲਿਆ ਕੇ ਰੱਖੀ ਤੇ ਉਹ ਹੱਥ ਮਾਰ ਕੇ ਖਲੀ ਦੀ ਖੱਟੀ ਖੱਟੀ ਖੁਸ਼ਬੂ ਨੂੰ ਖਿਲਾਰਨ ਲੱਗਿਆ। ਨੀਲੀ ਅਜੇ ਵੀ ਨਹੀਂ ਪਹੁੰਚੀ ਸੀ। ਫਿਕਰਾਂ ਵਿੱਚ ਗੜੂੰਦ, ਉਖੜੇ ਉਖੜੇ ਕਦਮ, ਬੇਦਿਲੇ ਜਿਹੇ ਪੈਰ ਰੱਖਦੀ ਉਹ ਆ ਰਹੀ ਸੀ। ਮਹਿੰਦੀ ਹੇਠਾਂ ਆ ਕੇ ਉਹ ਖੜੋ ਗਈ। ਉਸ ਟੋਕਰੀ ਵੱਲ ਵੇਖਿਆ ਤੱਕ ਵੀ ਨਹੀਂ। ਗਵਾਲੇ ਨੇ ਮਸਾਲੇ ਵਿੱਚ ਫੇਰ ਆਪਣੀ ਬਾਂਹ ਫੇਰੀ ਤੇ ਟੋਕਰੀ ਨੂੰ ਉਛਾਲ ਕੇ ਵੜੇਵਿਆਂ ਨੂੰ ਵਿਖਾਇਆ, ਦਾਣੇ ਨੂੰ ਵਿਖਾਇਆ। ਇਸ ਵਾਰ ਖਲ ਦੀ ਖੁਸ਼ਬੂ ਸਾਡੇ ਵਰਾਂਡੇ ਤੱਕ ਵੀ ਆਈ। ਨੀਲੀ ਅੱਗੇ ਹੋਈ, ਫੇਰ ਰੁਕ ਗਈ, ਫੇਰ ਅੱਗੇ ਹੋਈ, ਫੇਰ ਉਸਨੇ ਮੂੰਹ ਮੋੜ ਲਿਆ। ਕਿਤਨਾ ਚਿਰ ਸੋਚਦੀ ਰਹੀ। ਸਾਹਮਣੇ ਟੋਕਰੀ ਵਿੱਚ ਪੀਲਾ ਪੀਲਾ ਦਾਣਾ ਪਿਆ ਸੀ, ਪਰ ਅੱਜ ਨੀਲੀ ਤੋਂ ਕੁਝ ਖਾਧਾ ਨਹੀਂ ਸੀ ਜਾ ਰਿਹਾ। ਗਵਾਲਾ ਨੀਲੀ ਦੇ ਸਿਰ ਤੇ ਹੱਥ ਫੇਰਨ ਲੱਗ ਪਿਆ, ਮੂੰਹ ਨਾਲ ਉਸਨੂੰ ਪੁਚਕਾਰਨ ਲੱਗ ਪਿਆ। ਕਿਤਨਾ ਚਿਰ ਇੰਜ ਕਰਦਾ ਰਿਹਾ। ਟੋਕਰੀ ਕੋਲ ਬੈਠ ਕੇ ਫਿਰ ਉਸਨੇ ਹੱਥ ਫੇਰਿਆ। ਖਲ ਦੀ ਖੁਸ਼ਬੂ ਫੇਰ ਉੱਠੀ। ਨੀਲੀ ਜਿਵੇਂ ਅੱਬੜ ਵਾਹੇ ਗਰਦਨ ਉਸ ਪਾਸੇ ਮੋੜ ਕੇ ਲੈ ਗਈ। ਆਪ ਹੀ ਉਸਦਾ ਕਦਮ ਜਿਵੇਂ ਅੱਗੇ ਵੱਧ ਪਿਆ ਤੇ ਉਸਨੇ ਟੋਕਰੀ ਵਿੱਚ ਆਪਣੀ ਬੂਥੀ ਨੂੰ ਛੱਡ ਦਿੱਤਾ। ਕਿੰਨਾ ਚਿਰ ਇੰਜ ਉਸਦਾ ਮੂੰਹ ਮਸਾਲੇ ਵਿੱਚ ਪਿਆ ਰਿਹਾ, ਪਰ ਨੀਲੀ ਤੋਂ ਖਾਧਾ ਨਹੀਂ ਸੀ ਜਾ ਰਿਹਾ। ਅੱਜ ਨੀਲੀ ਤੋਂ ਕੁਝ ਵੀ ਨਹੀਂ ਸੀ ਖਾਧਾ ਜਾ ਰਿਹਾ। ਅਤੇ ਫਿਰ ਉਸਨੇ ਆਪਣੀ ਬੂਥਣੀ ਨੂੰ ਚੁੱਕ ਲਿਆ, ਗਰਦਨ ਨੂੰ ਟੋਕਰੀ ਵੱਲੋਂ ਮੋੜ ਲਿਆ ਅਤੇ ਉਧਰ ਕੰਡ ਕਰਕੇ ਖਲੋ ਗਈ। ਪਰੇਸ਼ਾਨ ਪਰੇਸ਼ਾਨ ਨਜ਼ਰਾਂ। ਗਵਾਲੇ ਨੇ ਸਾਡੇ ਵੱਲ ਵੇਖਿਆ ਤੇ ਬੇਵੱਸ ਹੋ ਕੇ ਟੋਕਰੀ ਨੂੰ ਸਿਰ ਤੇ ਚੱਕ ਉਹ ਮੁੜ ਪਿਆ। ਪਿੱਛੇ ਪਿੱਛੇ ਉਹਦੇ ਨੀਲੀ ਵੀ ਤੁਰ ਪਈ। ਚੂਲੀ ਦੁੱਧ ਬਚਾਉਣ ਲਈ ਭੈੜੇ ਨੇ ਵੱਛੀ ਗਵਾ ਲਈ ਹੈ। ਮੇਰੀ ਤ੍ਰੀਮਤ ਫਿਰ ਬੁੜਬੁੜਾਈ। ਮੇਰੀ ਤ੍ਰੀਮਤ ਨੇ ਆਪਣੇ ਹੋਠਾਂ ਵਿੱਚ ਬੁੜਬੁੜਾ ਕੇ ਅੰਦਰ ਨੌਕਰ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਡੈਰੀ ਤੋਂ ਜਾ ਕੇ ਦੁੱਧ ਲੈ ਆਵੇ। ਸਾਡੀ ਬੱਚੀ ਹੁਣ ਮੇਰੀ ਛਾਤੀ ਨਾਲ ਲੱਗੀ ਹੋਈ ਸੀ ਤੇ ਬਰਾਂਡੇ ਵਿੱਚ ਟਹਿਲਦਾ ਮੈਂ ਦੂਰ ਸੜਕ ਤੇ ਅੱਗੇ ਅੱਗੇ ਗਵਾਲੇ ਨੂੰ ਜਾਂਦਾ ਵੇਖ ਰਿਹਾ ਸਾਂ। ਉਹਦੇ ਪਿੱਛੇ ਨੀਲੀ ਸੀ, ਜਿਵੇਂ ਕੋਈ ਹਨੇਰੇ ਵਿੱਚ ਗਰੋਲੇ ਦਿੰਦਾ ਰਾਹ ਟੋਲਦਾ ਹੋਇਆ ਜਾ ਰਿਹਾ ਹੋਵੇ। ਨਾਲੇ ਡੈਰੀ ਤੋਂ ਗਊ ਦਾ ਤਨਕ ਗੋਹਾ ਵੀ ਲੈ ਆਵੀਂ, ਸੰਗਰਾਂਦ ਏ ਅੱਜ, ਚੌਂਕਾ ਲਿਪਣਾ ਹੋਵੇਗਾ। ਮੇਰੀ ਤ੍ਰੀਮਤ ਅੰਦਰ ਨੌਕਰ ਨੂੰ ਸਮਝਾ ਰਹੀ ਸੀ ਤੇ ਮੈਂ ਅਜੇ ਵੀ ਦੂਰ ਸੜਕ ਤੇ ਜਾ ਰਹੀ ਨੀਲੀ ਵੱਲ ਵੇਖ ਰਿਹਾ ਸਾਂ। ਜਿਵੇਂ ਪੇਤਲੇ ਪਾਣੀ ਵਿੱਚ ਸੁੱਕੀ ਗੇਲੀ ਡਿੱਕ ਡੋਲੇ ਖਾਂਦੀ ਹੈ, ਕੱਟੀ ਹੋਈ ਗੁੱਡੀ ਵਾਂਗ ਜਿਵੇਂ ਢਹਿਣ ਢਹਿਣ ਕਰ ਰਹੀ ਸੀ ਉਹ ਅੱਖੋਂ ਓਹਲੇ ਹੋ ਗਈ। ਤੇਜ਼ ਤੇਜ਼ ਆ ਜਾ ਰਹੇ ਲੋਕਾਂ ਵਿੱਚ ਗੁੰਮ ਗਈ। ਸੜਕ ਤੇ ਕਈ ਲੋਕ ਕਿਤਨੇ ਤੇਜ਼ ਤੁਰਦੇ ਸਨ। ਅਗਲੇ ਰੋਜ਼ ਅਜੇ ਮੂੰਹ ਝਾਖਰਾ ਹੀ ਸੀ ਕਿ ਮੈਂ ਵੇਖਿਆ ਸਾਹਮਣੇ ਕੋਠੀ ਦਾ ਗੇਟ ਖੁੱਲ੍ਹਿਆ। ਅੱਗੇ ਅੱਗੇ ਗਵਾਲਾ ਸੀ, ਸਿਰ ਤੇ ਮਸਾਲੇ ਦੀ ਟੋਕਰੀ ਚੁੱਕੀ ਤੇ ਉਹਦੇ ਪਿੱਛੇ ਨੀਲੀ ਸੀ, ਮੂੰਹ ਚੁੱਕੀ ਜਿਵੇਂ ਖਲੀ ਦੀ ਖੱਟੀ ਖੁਸ਼ਬੂ ਸੁੰਘ ਰਹੀ ਹੋਵੇ। ਮੈਂ ਸੋਚਿਆ ਕਿ ਗਵਾਲੇ ਨੇ ਮੈਦਾਨ ਮਾਰ ਲਿਆ ਹੈ। ਤੇ ਉਹੀ ਗੱਲ ਹੋਈ। ਮਹਿੰਦੀ ਦੇ ਰੁੱਖ ਥੱਲੇ ਆ ਕੇ ਉਸਨੇ ਟੋਕਰੀ ਰੱਖੀ ਹੀ ਸੀ ਕਿ ਨੀਲੀ ਅੱਗੇ ਵੱਧ ਕੇ ਟੋਕਰੀ ਵਿੱਚ ਮੂੰਹ ਮਾਰਨ ਲੱਗ ਪਈ। ਕੁਝ ਚਿਰ ਉਸਨੂੰ ਇੰਜ ਮਸਾਲਾ ਖਾਂਦੀ ਨੂੰ ਵੇਖ ਕੇ ਗਵਾਲਾ ਗਾਗਰ ਫੜ ਕੇ ਉਸਦੇ ਕੋਲ ਬੈਠ ਗਿਆ, ਪਰ ਉਹ ਪਰੇ ਹੋ ਗਈ। ਗਵਾਲੇ ਨੇ ਮੁੜ ਕੇ ਉਹਦੇ ਮੂੰਹ ਵੱਲ ਵੇਖਿਆ।
ਟੋਕਰੀ ਵਿੱਚ ਮੂੰਹ ਦਿੱਤੇ ਹੋਏ ਉਹ ਮਸਾਲਾ ਖਾ ਰਹੀ ਸੀ। ਗਵਾਲਾ ਫੇਰ ਨੀਲੀ ਵੱਲ ਖਿਸਕਿਆ। ਉਹ ਹੋਰ ਪਰੇ ਹੋ ਗਈ। ਗਵਾਲਾ ਹਾਰ ਕੇ ਉੱਠ ਖਲੋਤਾ। ਨੀਲੀ ਮਸਾਲੇ ਦੀ ਟੋਕਰੀ ਵਿੱਚ ਆਪਣੀ ਬੂਥਣੀ ਜਮਾਈ ਹੌਲੇ-ਹੌਲੇ ਮਸਾਲਾ ਖਾ ਰਹੀ ਸੀ। 3 ਦਿਨਾਂ ਦੀ ਭੁੱਖੀ ਸੀ। ਗਵਾਲਾ ਉਹਦੇ ਪਿੰਡੇ ਤੇ ਹੱਥ ਫੇਰਨ ਲੱਗ ਪਿਆ। ਕਿਤਨਾ ਚਿਰ ਲਾਡ ਨਾਲ ਉਹਦੀ ਪਿੱਠ ਤੇ ਆਪਣੇ ਪੋਟਿਆਂ ਨੂੰ ਫੇਰਦਾ ਰਿਹਾ। ਵਿੱਚ-ਵਿੱਚ ਮੂੰਹ ਨਾਲ ਉਸਨੂੰ ਪੁਚਕਾਰਨ ਵੀ ਲੱਗ ਜਾਂਦਾ। ਫੇਰ ਗਵਾਲਾ ਪੋਲੇ ਜਿਹੇ ਨੀਲੀ ਥੱਲੇ ਬੈਠ ਗਿਆ। ਹੁਣ ਨੀਲੀ ਮਸਾਲਾ ਬੜੀ ਤੇਜ਼ੀ ਨਾਲ ਖਾ ਰਹੀ ਸੀ। ਉਹ ਹਿੱਲੀ ਨਹੀਂ। ਇੱਕ ਨਜ਼ਰ ਉਹਦੇ ਮੂੰਹ ਵੱਲ ਵੇਖ ਕੇ ਗਵਾਲੇ ਨੇ ਨੀਲੀ ਦੇ ਥਣਾਂ ਵੱਲ ਹੱਥ ਵਧਾਇਆ। ਨੀਲੀ ਲੱਤ ਮਾਰ ਕੇ ਪਰੇ ਹੋ ਗਈ। ਗਵਾਲਾ ਫੇਰ ਆਪਣਾ ਜਿਹਾ ਮੂੰਹ ਲੈ ਕੇ ਉੱਠ ਖੜੋਤਾ। ਮਸਾਲਾ ਤੇ ਖਾਂਦੀ ਜਾ ਰਹੀ ਹੈ, ਪਰ ਦੁੱਧ ਦੇਣ ਦਾ ਨਾਂ ਹੀ ਨਹੀਂ ਲੈ ਰਹੀ। ਗਵਾਲਾ ਅੱਗੇ ਹੋ ਕੇ ਨੀਲੀ ਦੇ ਨਿੱਕੇ-ਨਿੱਕੇ ਸਿੰਗਾਂ ਨੂੰ ਸਹਿਲਾਉਣ ਲੱਗ ਪਿਆ। ਫੇਰ ਉਹਦੀ ਲੰਮੀ ਗਰਦਨ ਨੂੰ ਪਲੋਸਣ ਲੱਗ ਪਿਆ ਤੇ ਕਿੰਨਾ ਚਿਰ ਇੰਜ ਕਰਦਾ ਰਿਹਾ। ਗਰਦਨ ਨੂੰ ਲਡਿਆਂਦਾ-ਲਡਿਆਂਦਾ ਗਵਾਲਾ ਪਿੱਠ ਤੇ ਪੋਲੇ-ਪੋਲੇ ਹੱਥ ਫੇਰਨ ਲੱਗ ਪਿਆ ਤੇ ਇੰਜ ਫੇਰ ਮਲਕਣੇ ਜਿਹੇ ਨੀਲੀ ਹੇਠ ਬੈਠ ਗਿਆ। ਨੀਲੀ ਦੀਆਂ ਪਿਛਲੀਆਂ ਟੰਗਾਂ ਤੋਂ ਗੋਹੇ ਦੀਆਂ ਛਿੱਟਾਂ ਨੂੰ ਲਾਉਂਦਾ ਰਿਹਾ ਤੇ ਫੇਰ ਉਸ ਭਗਵਾਨ ਦਾ ਨਾਂ ਲੈ ਕੇ ਇੱਕ ਥਣ ਨੂੰ ਪੋਲਾ ਜਿਹਾ ਫੜਿਆ। ਨੀਲੀ ਨੇ ਤਰਵਕ ਕੇ ਜ਼ੋਰ ਦੀ ਲੱਤ ਮਾਰੀ ਤੇ ਫੁੰਕਾਰਦੀ ਹੋਈ ਪਰੇ ਹਟ ਗਈ। ਗਵਾਲਾ ਕ੍ਰੋਧ ਵਿੱਚ ਆ ਗਿਆ। ਇੱਕ ਨਜ਼ਰ ਉਸਨੇ ਨੀਲੀ ਵੱਲ ਵੇਖਿਆ। ਉਸਦੀਆਂ ਨਜ਼ਰਾਂ ਵਿੱਚ ਗਜ਼ਬ ਸੀ। ਗਵਾਲੇ ਨੇ ਅੱਗੇ ਵਧ ਕੇ ਮਸਾਲੇ ਦੀ ਟੋਕਰੀ ਨੂੰ ਖੋਹ ਲਿਆ ਤੇ ਉਸਨੂੰ ਸਿਰ ਤੇ ਰੱਖ ਤੇਜ਼-ਤੇਜ਼ ਕਦਮ ਮੁੜ ਤੁਰਿਆ। ਨੀਲੀ ਉੱਥੇ ਦੀ ਉੱਥੇ ਹੀ ਖੜੋਤੀ ਰਹੀ ਅਤੇ ਗਵਾਲੇ ਨੂੰ ਵੇਖਣ ਲੱਗ ਪਈ। ਉਹ ਮਸਾਲੇ ਦੀ ਟੋਕਰੀ ਚੁੱਕੀ ਵਾਹੋ ਦਾਹੀ ਜਾ ਰਿਹਾ ਸੀ। ਦੂਰ ਕੋਠੀ ਦੇ ਗੇਟ ਕੋਲੇ ਜਦੋਂ ਉਹ ਪੁੱਜਿਆ ਤਾਂ ਨੀਲੀ ਉਡੀਕੀ, ਜਿਵੇਂ ਉਸਨੂੰ ਬੁਲਾ ਰਹੀ ਹੋਵੇ। ਗਵਾਲੇ ਨੇ ਕੋਈ ਪਰਵਾਹ ਨਹੀਂ ਕੀਤੀ। ਕਿੰਨਾ ਚਿਰ ਉਂਝ ਹੀ ਮਹਿੰਦੀ ਹੇਠ ਖਲੋਤੀ ਬੂਥੀ ਚੁੱਕੀ ਨੀਲੀ ਗੇਟ ਵੱਲ ਵੇਖਦੀ ਰਹੀ, ਜਿਵੇਂ ਗਵਾਲੇ ਨੂੰ ਉਡੀਕ ਰਹੀ ਹੋਵੇ। ਵਿੱਚ-ਵਿੱਚ ਨੀਲੀ ਕਦੇ ਅੜਿੰਗਦੀ, ਜਿਵੇਂ ਗਵਾਲੇ ਨੂੰ ਆਵਾਜ਼ਾਂ ਦੇ ਰਹੀ ਹੋਵੇ, ਜਿਵੇਂ ਨੀਲੀ ਉਸਨੂੰ ਕਹਿ ਰਹੀ ਹੋਵੇ, ਮੇਰੇ ਮਾਲਕ, ਤੈਨੂੰ ਕਿਉਂ ਸਮਝ ਨਹੀਂ ਆਉਂਦੀ? ਅਜੇ 2 ਦਿਨ ਨਹੀਂ ਹੋਏ ਮੇਰੀ ਬੱਚੀ ਨੂੰ ਮਰਿਆਂ। ਮੇਰੀ ਕੁੱਖੋਂ ਜਾਈ ਮੈਥੋਂ ਖੋਹ ਲਈ ਗਈ ਹੈ। ਮੇਰੀ ਆਂਦਰ, ਹਾਏ ਉਸਦੀ ਯਾਦ ਨੂੰ ਵਿਸਾਰਿਆਂ ਵੀ ਨਹੀਂ ਵਿਸਰਦੀ। ਇਸ ਪੇਟ ਭੈੜੇ ਦਾ ਕੀ ਕਰਾਂ? ਇਸ ਵਿੱਚ ਤਾਂ ਝੁਲਕਾ ਪਾਉਣਾ ਹੀ ਹੋਇਆ। ਅਜੇ 3 ਦਿਨਾਂ ਦੀ ਭੁੱਖੀ ਭਾਣੀ ਮੈਂ ਡਿੱਕ ਡੋਲੇ ਖਾਂਦੀ ਹਾਂ। ਤੈਨੂੰ ਕਿਉਂ ਸਮਝ ਨਹੀਂ ਆਉਂਦੀ? ਇਹਨਾਂ ਥਣਾਂ ਨੂੰ ਮੇਰੀ ਲਾਡਲੀ ਦੇ ਪੋਲੇ-ਪੋਲੇ ਹੋਂਠ ਜਦੋਂ ਲੱਗਦੇ ਸਨ ਤਾਂ ਆਪਣੇ ਆਪ ਹੀ ਦੁੱਧ ਲੈ ਆਉਂਦਾ ਸੀ। ਇੰਜ ਧੁੱਸਾ ਮਾਰਦੀ ਉਹ ਲਾਡ ਵਿੱਚ ਮੇਰੀ ਖੀਰੀ ਨੂੰ। ਤੈਨੂੰ ਕੀ ਪਤਾ ਕਿ ਮਾਂ ਬੱਚੇ ਦਾ ਕੀ ਰਿਸ਼ਤਾ ਹੁੰਦਾ ਹੈ? ਮੈਂ ਨਹੀਂ ਕਹਿੰਦੀ ਕਿ ਮੈਂ ਉਸਨੂੰ ਨਹੀਂ ਭੁੱਲਾਂਗੀ। ਮੈਂ ਉਸਨੂੰ ਭੁੱਲ ਜਾਵਾਂਗੀ। ਮੈਂ ਨਹੀਂ ਕਹਿੰਦੀ ਕਿ ਹਮੇਸ਼ਾ ਦੁੱਧ ਨਹੀਂ ਦਿਆਂਗੀ। ਮੈਂ ਦੇਵਾਂਗੀ, ਪਰ ਕੁਝ ਚਿਰ ਹੋਰ ਤੂੰ ਸਬਰ ਕਰ ਲੈ। ਫਿਰ ਮੈਨੂੰ ਆਪਣਾ ਲਾਮ-ਚਾਮ ਖਾਲੀ-ਖਾਲੀ ਨਹੀਂ ਲੱਗੇਗਾ ਤੇ ਫਿਰ ਮਸਾਲਾ ਖਾਂਦੀ ਆਪਣੇ ਧਿਆਨ ਹੀ ਮੈਂ ਦੁੱਧ ਲਾ ਦਿਆ ਕਰਾਂਗੀ। ਅੱਗੇ ਥੋੜ੍ਹਾ ਮੇਰੇ ਨਾਲ ਅਨਿਆਂ ਹੋਇਆ ਹੈ। ਇਹ ਸੋਚਦੀ ਹੋਈ ਕਿੰਨਾ ਚਿਰ ਉਹ ਮਹਿੰਦੀ ਹੇਠ ਖਲੋਤੀ ਉਂਝ ਦੀ ਉਂਝ ਖੜੋਤੀ ਰਹੀ ਅਤੇ ਕੋਠੀ ਦੇ ਗੇਟ ਵੱਲ ਵੇਖਦੀ ਰਹੀ, ਪਰ ਗਵਾਲਾ ਨਹੀਂ ਮੁੜਿਆ। ਬੱਚਿਓ, ਇਹ ਤਾਂ ਸੀ ਕਹਾਣੀ ਨੀਲੀ। ਇਸ ਵਿੱਚ ਜਾਨਵਰਾਂ ਦੀਆਂ ਭਾਵਨਾਵਾਂ ਬਾਰੇ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਬੇਜ਼ੁਬਾਨ ਜਾਨਵਰਾਂ ਦਾ ਵੀ ਆਪਣੇ ਬੱਚਿਆਂ ਨਾਲ ਇੱਕ ਨਿੱਘ ਭਰਿਆ ਰਿਸ਼ਤਾ ਹੁੰਦਾ ਹੈ, ਇੱਕ ਸੰਵੇਦਨਸ਼ੀਲ ਰਿਸ਼ਤਾ ਹੁੰਦਾ ਹੈ। ਉਹ ਵੀ ਆਪਣੇ ਬੱਚਿਆਂ ਦਾ ਵਿਛੋੜਾ ਨਹੀਂ ਸਹਾਰਦੇ ਤੇ ਕਿਵੇਂ ਉਹਨਾਂ ਦੇ ਵਿਛੋੜੇ ਦੇ ਵਿੱਚ ਕੁਰਲਾਉਂਦੇ ਹਨ। ਜੇਕਰ ਤੁਹਾਨੂੰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਗੁੱਡ ਬਾਏ।